ਸਾਡੇ ਕੋਲ ਪਹੁੰਚੇ ਹੋਏ ਨੇ ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਸ੍ਰੀ ਸੁਰਿੰਦਰ ਡਾਬਰ जी, श्री पवन दीवान जी, के बाबा जी, चेयरमैन साहब श्रीमती सतविंदर कौर बिड्डी जी, ते साडे लुधियाना पूर्वी तो विधायक श्री संजय तलवार जी। ਅਸੀਂ ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ ਦੇ ਸਾਡੇ ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਉਹ ਵੀ ਇਸ ਸਮਾਗਮ ਦੇ ਵਿੱਚ ਪਹੁੰਚ ਚੁੱਕੇ ਨੇ। मैं संगत को एक बार फिर बेनती करांगा कि बहुत बहुत धन्यवाद लिखे जाए। ਤੁਸੀਂ ਸਾਰੇ ਪਿੱਛੇ ਕਿਉਂ ਨਹੀਂ ਹੁੰਦੇ ਯਾਰ? मैं खुशी के जयकारा छका मैं एक मिनट में सब सेकंड वाला मेरी बेनती है कि जितनी संगत आई है पंडाल के जिस जगह मिलती है आप बैठने की कोशिश करिए। साडी वीर सफलता वाला दफा मेरा लगे हाथ को पछड़ा है तेरा संग आप प्रवाह कितना इतनी बात आई कि नजर आवा नहीं है ना चले भार करना कदे ये भी पूछना कि यार पंछी तेरा रब दे नाल प्यार कितना दो ਤੁਹਾਡੇ ਸਾਹਮਣੇ मैं ਤੁਹਾਡੀ ਇੱਥੇ ਵੱਲੋਂ ਭਗਵਾਨ ਵਿਸ਼ਵਕਰਮਾ ਦੀ ਮਹਾਰਾਜ ਜਿਨ੍ਹਾਂ ਨੇ ਫਿਲਮ ਸਾਹਿਬ ਦੀ ਭਾਗੀ ਦੇ मैं बेनती करांगा थोड़ा जिहा स्ट्रीम करके कृपा करके चुप का दान बख्शा जाए। बहुत बहुत धन्यवाद ਤੁਹਾਡਾ। ਅੱਜ ਦੇ ਇਸ ਰਾਜਪੱਧਰੀ ਸਮਾਗਮ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਬੈਠੇ ਨੇ ਸਾਡੇ ਸਾਰੇ ਮੰਤਰੀ ਖਾਸ ਤੌਰ ਤੇ ਮੰਤਰੀ ਬਾਦਲ ਜੀ ਜਿਨ੍ਹਾਂ ਨੇ ਖਜ਼ਾਨੇ ਦਾ ਇੰਤਜ਼ਾਮ ਕਰਕੇ ਰਾਹਤ ਦਿੱਤੀ ਹੈ। ਇਹਦੇ ਨਾਲ ਨਾਲ ਜਿਹੜੀ ਹਰ ਵਰਗ ਦੇ ਲੋਕਾਂ ਨੂੰ 3 ਰੁਪਏ 10 ਕਿਲੋਵਾਟ ਤੱਕ 3 रुपए यूनिट बिजली घटा के एक बड़ा वड्डा एक तोहफा दिता है। और मैं संविधान वाले समय के होर भी बहुत सारे फायदे सानू पंजाब सरकार देने वास्ते जा रही है। साडा भी सारिਆਂ ਦਾ फर्ज बनता कि असी पंजाब सरकार के नाल चलनी के नाल कंधे नाल कंधा ला के चलीए ते पंजाब दे विच फिर कांग्रेस पार्टी की सरकार स्थापित करिए। और जिहड़ा मंदिर है मैं देख रहा उत्ते बड़े सोहने लेंटर पे ने और आने वाले समय में मैं समझता होर भी इसका विकास होएगा। मैं मनप्रीत बादल से भारत भूषण आशू जी गुरबीर सिंह कोटली जी को विनती करनी चाहांगा कि घट तो घट 52 लाख रुपए की ग्रांट तुम अज इतने अनाउंस करके जाओ, क्योंकि तुम इतने मंत्री आए छोटे से इस इलाके इन्होंने लोगों को खास तौर पर रामगढ़िया बरादरी उससे बड़िया आसा ने। तो मैं समझदा कि तुम मेरी गल को प्रवान करोगे। 51 लाख रुपया घट तो घट अनाउंस करके जाओगे। बाबा विश्वकर्मा जी के जन्मदिन के मौके पर पगड़े तुम सारे लख लख बधाई देना। धन्यवाद। जय हिंद। पहुंचे ने पंजाब सरकार के फूड मिनिस्टर श्री भारत भूषण आशू जी, वो विशेष तौर पर क्योंकि उन्होंने अपना शहर है वो पहुंचे ने। इस हल्के की नुमाइंदगी कर रहे श्री सुरिंदर डाबर जी जो विधायक ने, तुहाडे अपने सेवादार श्री के बाबा जी, और भी बहुत सारिया महान शख्सियत मंच से विराजमान ने। अज पूरे संसार अंदर भगवान विश्वकर्मा जी का ये प्रगट दिहाड़ा बड़ी श्रद्धा ते धूमधाम नाल मनाया जा रहा है, जिथे मैं सारी संगत नूं लख लख बधाई दिना
ਅੱਜ ਸਾ ਚਰਨਜੀਤ ਸਿੰਘ ਜੀ ਚੰਨੀ ਸਾਡੇ ਮਾਨਯੋਗ ਮੁੱਖ ਮੰਤਰੀ ਸਾ ਮਨਪ੍ਰੀਤ ਸਿੰਘ ਬਾਦਲ ਜੀ ਔਰ ਇਹਨਾਂ ਦੀ ਅਗਵਾਈ 'ਚ ਇੱਥੇ ਆਉਣ ਦਾ ਮੌਕਾ ਲੱਗਿਆ। ਮੈਂ ਆਪਣੇ ਆਪ ਨੂੰ ਬਹੁਤ ਹੀ ਇਸ ਗੱਲੋਂ ਸੁਭਾਗਾ ਆਪਣਾ ਸਮਝ ਰਿਹਾ ਕਿ ਅੱਜ ਇਹ ਉਸ ਧਰਤੀ ਔਰ ਮੰਦਰ ਤੇ ਆ ਕੇ ਆਪ ਸਭ ਦੇ ਦਰਸ਼ਨ ਕੀਤੇ। ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਕਿਉਂਕਿ ਹਰ ਇੱਕ ਦੇ ਆਪਣੇ ਇਸ ਬਾਬਾ ਵਿਸ਼ਵਕਰਮਾ ਜੀ ਦੇ ਸਮਾਗਮ ਮੇਰੇ ਖੰਨੇ ਹਲਕੇ 'ਚ ਵੀ ਹੋ ਰਿਹਾ, ਮੈਂ ਉੱਥੇ ਵੀ ਪਹੁੰਚਣਾ। ਜਿਵੇਂ ਸੁਰਿੰਦਰ ਡਾਵਰ ਜੀ ਨੇ ਇਸ ਮੰਚ ਤੋਂ ਬੇਨਤੀ ਕੀਤੀ ਹੈ, ਮੈਂ ਉਹਨਾਂ ਦੀ ਬੇਨਤੀ ਨੂੰ ਅੱਗੇ ਕਰਦਾ ਹੋਇਆ ਆਪਣੇ ਵੱਲੋਂ ਇਸ ਪਵਿੱਤਰ ਸਥਾਨ ਦੇ ਲਈ 10 ਲੱਖ ਰੁਪਏ ਦੀ ਐਲਾਨ ਕਰਦਾ ਔਰ ਬੜਾ ਜਲਦੀ ਇਹ ਪੈਸਾ ਤੁਹਾਡੇ ਕੋਲ ਪਹੁੰਚ ਜਾਏਗਾ। ਇਜਾਜ਼ਤ ਹੋਵੇ ਤਾਂ ਮੈਂ ਕਿਸੇ ਦਾ ਨਾਂ ਨਹੀਂ ਲੈ ਰਿਹਾ ਜੀ। ਸੋ ਮੈਂ ਅੱਜ ਬੜਾ ਖੁਸ਼ੀ ਦਾ ਮੁਕਾਮ ਹੈ। ਅੱਜ ਬਾਬਾ ਵਿਸ਼ਵਕਰਮਾ ਜੀ ਦਾ ਅੱਜ ਆਪਾਂ ਇਹ ਤਿਉਹਾਰ ਮਨਾ ਰਹੇ ਹਾਂ। ਇਹ ਜਿਹੜੀ ਔਰ ਇਹ ਕਿਸੇ ਫਕੀਰ ਨੇ ਕਿ ਬਾਬਾ ਬੁੱਲੇ ਸ਼ਾਹ ਨੇ ਇਹ ਲਿਖਿਆ ਕਿ ਨਾ ਵਜ਼ੀਰਾਂ ਦੇ ਤੇ ਨਾ ਅਮੀਰਾਂ ਦੇ ਦੀਵੇ ਬਣਦੇ ਹਮੇਸ਼ਾ ਫਕੀਰਾਂ ਦੇ। ਔਰ ਮੈਂ ਅੱਜ ਤੁਹਾਡੇ ਸ਼ਹਿਰ ਮੇਰਾ ਤੁਹਾਡੇ ਦਰਮਿਆਨ ਆਉਣਾ ਕੋਈ ਤਕੱਲੁਫ ਦਾ ਤਕਾਜ਼ਾ ਨਹੀਂ, ਬਲਕਿ ਮੇਰੀ ਫਰਜ਼ ਦੀ ਅਦਾਇਗੀ ਹੈ। ਮੁਸਲਮਾਨ ਹਜ ਕਰਨ ਜਾਂਦੇ ਮੱਕੇ ਮਦੀਨੇ, ਕਿਉਂਕਿ ਮੁਸਲਮਾਨ ਦਾ ਅਕੀਦਾ ਕਹਿੰਦਾ ਕਿ ਜੇ ਮੈਂ ਮੱਕੇ ਮਦੀਨੇ ਜਾਇਆਂਗਾ ਤਾਂ ਰੱਬ ਮੇਰੇ ਗੁਨਾਹ ਬਖਸ਼ ਦੂਗਾ। ਲੋਕ ਗੰਗਾ ਨਹਾਉਣ ਜਾਂਦੇ ਕਿਉਂਕਿ ਸਾਡਾ ਅਕੀਦਾ ਕਹਿੰਦਾ ਕਿ ਜੇ ਗੰਗਾ ਨਹਾਏ ਤਾਂ ਪਾਪ ਧੋਤੇ ਜਾਣਗੇ। ਔਰ ਮੈਂ ਅੱਜ ਇਸ ਮੁਬਾਰਕ ਤੇ ਮੁਕੱਦਸ ਦਿਨ ਤੇ ਔਰ ਇਸ ਮੰਦਿਰ ਜਿਸ ਕਰਕੇ ਆਇਆ ਕਿਉਂਕਿ ਮੇਰੀ ਆਤਮਾ ਮੈਨੂੰ ਕਹਿੰਦੀ ਹੈ, ਮੇਰਾ ਢਿੱਡ ਮੈਨੂੰ ਕਹਿੰਦਾ ਹੈ ਕਿ ਮਨਪ੍ਰੀਤ ਜੇ ਤੂੰ ਇਸ ਜਗ੍ਹਾ ਤੇ ਆ ਕੇ ਨਤਮਸਤਕ ਹੋ ਗਿਆ ਤਾਂ ਰੱਬ ਤੈਨੂੰ ਅਕਲ ਦੇ ਦੂਗਾ, ਰੱਬ ਤੈਨੂੰ ਤੌਫੀਕ ਅਤਾ ਫਰਮਾ ਦੂਗਾ, ਰੱਬ ਤੈਨੂੰ ਇਹ ਹੈਸੀਅਤ ਦੇ ਦੂਗਾ ਕਿ ਤੂੰ ਆਪਣੇ ਮੁਲਕ ਨੂੰ ਔਰ ਆਪਣੀ ਧਰਤੀ ਮਾਂ ਦੀ ਤੂੰ ਸੇਵਾ ਜਿਹੜੀ ਹੈ ਉਹ ਤਾਕਤ ਨਾ ਕਰ ਸਕੇ। ਮੈਂ ਅੱਜ ਇਸ ਅਕੀਦੇ ਨਾਲ ਅੱਜ ਤੁਹਾਡੇ ਕੋਲੇ ਆਇਆ ਕਿ ਪੰਜਾਬ ਦੀ ਤਕਦੀਰ ਨੂੰ ਬਦਲਣਾ ਹੈ, ਪੰਜਾਬ ਦੀ ਕਿਸਮਤ ਨੂੰ ਬਦਲਣਾ ਹੈ, ਪੰਜਾਬ ਦੇ ਹਾਲਾਤ ਨੂੰ ਬਦਲਣਾ ਹੈ ਔਰ ਪੰਜਾਬ ਦੀ ਕਿਸਮਤ ਤੇ ਹਾਲਾਤ ਨੂੰ ਬਦਲਣ ਵਾਸਤੇ ਜਿਨ੍ਹਾਂ ਹਸਤੀਆਂ ਦੇ ਆਪਾਂ ਦਰਬਾਰ 'ਚ ਖੜੇ ਆ ਉਹਨਾਂ ਦੇ ਆਸ਼ੀਰਵਾਦ ਲੈਣ ਵਾਸਤੇ ਆਏ ਔਰ ਇਸ ਕਰਕੇ ਮੈਂ ਅੱਜ ਤੁਹਾਡੇ ਕੋਲੇ ਆਇਆ ਸੀ ਕਿ ਪੰਜਾਬ ਦੀ ਜੇ ਤਕਦੀਰ ਨੂੰ ਬਦਲਣਾ ਹੈ, ਪੰਜਾਬ ਦੇ ਹਾਲਾਤ ਨੂੰ ਬਦਲਣਾ ਹੈ ਤਾਂ ਫਿਰ ਤੁਹਾਡੇ ਵਰਗੇ ਗੈਰਤਮੰਦ ਤੇ ਇਮਾਨਦਾਰ ਲੋਕਾਂ ਦੇ ਮਦਦ ਦੀ ਲੋੜ ਪੈਗੀ। ਮੈਂ ਅੱਜ ਤੁਹਾਡੇ ਮਦਦ ਵੀ ਲੈਣਾ, ਜਿੱਥੇ ਮੈਂ ਬਾਬਾ ਵਿਸ਼ਵਕਰਮਾ ਜੀ ਤੋਂ ਮਦਦ ਲੈਣਾ ਉੱਥੇ ਪੰਜਾਬ ਦੇ ਲੋਕਾਂ ਦੀ ਮਦਦ ਲੈਣ ਆਇਆ ਕਿ ਕਿਸ ਕਿਸਮ ਦਾ ਦੇਸ਼ ਬਣਾਉਣਾ ਹੈ। ਇਸ ਕਿਸਮ ਦਾ ਦੇਸ਼ ਬਣਾਵਾਂਗੇ ਜਿਸ ਦੇਸ਼ ਦੇ ਵਿੱਚ ਕੋਈ ਅਨਪੜ੍ਹ ਨਾ ਰਹੂਗਾ। ਇਸ ਕਿਸਮ ਦਾ ਦੇਸ਼ ਆਪਣਾ ਤੁਹਾਡਾ ਤੇ ਮੇਰਾ ਦੇਸ਼ ਕਿਸ ਕਿਸਮ ਦਾ ਦੇਸ਼ ਹੋਣਾ ਚਾਹੀਦਾ ਹੈ ਜਿਸ ਦੇਸ਼ ਦੇ ਵਿੱਚ ਕੋਈ ਬੇਰੁਜ਼ਗਾਰ ਨਾ ਹੋਵੇ। ਕਿਸ ਕਿਸਮ ਦਾ ਦੇਸ਼ ਹੋਣਾ ਚਾਹੀਦਾ ਹੈ ਜਿਸ ਦੇਸ਼ ਦੇ ਵਿੱਚ ਇਨਸਾਫ ਮਿਲੇ ਔਰ ਇਸ ਕਿਸਮ ਦਾ ਦੇਸ਼ ਜਿਹੜਾ ਦੇਸ਼ ਆਪਣੇ ਲੋਕਾਂ ਨਾਲ ਪਿਆਰ ਕਰੇ ਔਰ ਕਿਸ ਕਿਸਮ ਦਾ ਪਿਆਰ ਕਰੇ ਜਿਵੇਂ ਇੱਕ ਬੱਚੇ ਨੂੰ ਆਪਣੀ ਮਾਂ ਦੀ ਗੋਦੀ 'ਚ ਪਿਆਰ ਮਿਲਦਾ ਹੈ। ਇਸ ਕਿਸਮ ਦਾ ਦੇਸ਼ ਤੁਹਾਡਾ ਤੇ ਮੇਰਾ ਦੇਸ਼ ਹੋਣਾ ਚਾਹੀਦਾ ਹੈ। ਔਰ ਮੈਂ ਸਾਰੀ ਦੁਨੀਆ ਘੁੰਮ ਕੇ ਦੇਖੀ ਹੈ, ਯਕੀਨ ਕਰਿਓ ਕਿ ਬਹੁਤ ਥੋੜੀਆਂ ਕੌਮਾਂ ਨੇ ਜਿਹੜੀਆਂ ਪੰਜਾਬੀ ਦੇ ਅੱਗੇ ਖੜ ਸਕਦੀਆਂ, ਟਿਕ ਸਕਦੀਆਂ। ਬਹੁਤ ਥੋੜੀਆਂ ਕੌਮਾਂ ਜਿਹੜੀਆਂ ਟਿਕ ਸਕਦੀਆਂ ਜੇ ਪੰਜਾਬੀ ਆਪਣੀ ਤੇ ਆਈ ਤੇ ਆ ਜੇ। ਜੇ ਪੰਜਾਬੀ ਆਪਣੀ ਆਈ ਤੇ ਆ ਗਿਆ ਤਾਂ ਕੱਲਾ ਪੰਜਾਬ ਨਹੀਂ, ਇਹਨੇ ਸਾਰੇ ਮੁਲਕ ਨੂੰ ਇਸ ਨਰਕ ਚੋਂ ਕੱਢ ਦੇਣਾ। ਇੱਕ ਬੜੇ ਵੱਡੇ ਹਬੀਬ ਜਾਲਿਬ ਪੰਜਾਬ ਦੇ ਬੜੇ ਵੱਡੇ ਸ਼ਾਇਰ ਹੋਏ ਹੈ ਤੇ ਉਹ ਫਰਮਾਉਂਦੇ ਹੈ, ਕਹਿੰਦਾ ਤਸਕਰਾ ਉਸਨੇ ਲਕੀਰੋਂ ਕਾ ਵਹੀ ਛੋੜ ਦਿਆ। ਜਦੋਂ ਦੇਖਿਆ ਜੋਤਸ਼ੀ ਨੇ ਉਹਨੇ ਮੇਰੇ ਹੱਥ ਜਦ ਨਜੂਮੀ ਨੇ ਮੇਰੇ ਹੱਥੋਂ ਕੇ ਛਾਲੇ ਦੇਖੇ। ਉਹ ਜਦੋਂ ਜੋਤਸ਼ੀ ਨੇ ਦੇਖਿਆ ਵੀ ਇਹਦੇ ਹੱਥਾਂ 'ਚ ਤਾਂ ਛਾਲੇ, ਇਹਦੀ ਤਕਦੀਰ ਕੀ ਪੜਦੀ ਹੈ, ਇਹਦੀ ਤਕਦੀਰ ਤਾਂ ਚੰਗੀ ਹੋਣੀ ਹੈ। ਜਿਹੜੀ ਕੌਮ ਦੇ ਹੱਥਾਂ ਦੇ ਵਿੱਚ ਛਾਲੇ ਹੋਣ
ਉਹ ਕੌਮ ਕਿਤੇ ਪਿੱਛੇ ਰਹਿ ਨਹੀਂ ਸਕਦੀ। ਇਸ ਕਰਕੇ ਮੈਂ ਅੱਜ ਤੁਹਾਡੇ ਦਰਮਿਆਨ ਹਾਜ਼ਰ ਹੋਇਆ ਸੀ ਕਿ ਪੰਜਾਬ ਦੀ ਜਿਹੜੀ ਤਕਦੀਰ ਹੈ, ਲੋਕ ਮੈਨੂੰ ਕਹਿ ਦਿੰਦੇ ਆ ਕਿ ਇਹ ਜਿਹੜੀ ਤਕਦੀਰ ਹੈ, ਆਹ ਜਿਹੜੀਆਂ ਹੱਥਾਂ ਦੀਆਂ ਲਕੀਰਾਂ ਹੈ, ਆਹ ਮੱਥੇ ਦੀਆਂ ਤਕਦੀਰਾਂ ਹੈ, ਇਹ ਪਰਮਾਤਮਾ ਲਿਖ ਕੇ ਭੇਜਦਾ, ਬਦਲੀਆਂ ਨਹੀਂ ਜਾ ਸਕਦੀ। ਮੈਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਤੇ ਪੰਜਾਬ ਦੀ ਕਾਂਗਰਸ ਪਾਰਟੀ ਵੀ ਇਹ ਮੰਨਣ ਨੂੰ ਤਿਆਰ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇੱਕ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਪਰਮਾਤਮਾ ਨੇ ਮੇਰੇ ਦੇਸ਼ ਦੇ ਨਸੀਬੇ ਦੇ ਵਿੱਚ ਪਰਮਾਤਮਾ ਨੇ ਗਰੀਬੀ ਲਿਖੀ। ਅਸੀਂ ਗਰੀਬ ਇਸ ਕਰਕੇ ਹੋ ਗਿਆ ਸਾਡਾ ਦੇਸ਼ ਕਿਉਂਕਿ ਰੱਬ ਨੇ ਲਿਖਿਆ। ਰੱਬ ਇਹੋ ਜਿਹੀਆਂ ਗੱਲਾਂ ਲਿਖਦਾ, ਰੱਬ ਇਹੋ ਜਿਹੀਆਂ ਗੱਲਾਂ ਨਹੀਂ ਲਿਖਦਾ। ਪਿਛਲੀ ਸਰਕਾਰ ਵੇਲੇ 250 ਰੁਪਇਆ ਬੁਢਾਪਾ ਪੈਨਸ਼ਨ ਸੀ, ਕਾਂਗਰਸ ਨੇ 1500 ਮੇਰੀਆਂ ਭੈਣਾਂ ਤਸਦੀਕ ਕਰ ਦੇਣਗੀਆਂ। ਬੱਸਾਂ ਤੇ ਸਰਕਾਰੀ ਬੱਸਾਂ ਤੇ ਜਦੋਂ ਸਫ਼ਰ ਕਰੀਦਾ ਹੈ ਕੋਈ ਕਿਰਾਇਆ ਨਹੀਂ ਪੁੱਛਦਾ, ਪਰ ਜਦੋਂ ਹਰਿਆਣੇ 'ਚ ਜਾਂਦੇ ਹੋ, ਬਠਿੰਡੇ ਦੇ ਨਾਲ ਡੱਬ ਵਾਲੀ ਮੰਡੀ ਲੱਗਦੀ ਹੈ, ਉੱਥੇ ਕਿਰਾਇਆ ਲੱਗਦਾ। ਸਾਡੇ ਨਾਲ ਗੰਗਾ ਨਗਰ ਲੱਗਦਾ ਰਾਜਸਥਾਨ, ਉੱਥੇ ਕਿਰਾਇਆ ਲੱਗਦਾ। ਪਰ ਇਹ ਬੈਲੈਂਸ ਬਣਾਉਣਾ ਪੈਣਾ ਔਰ ਬੈਲੈਂਸ ਇਹ ਵੀ ਬਣਾਉਣਾ ਪੈਣਾ ਵੀ ਜਿਹੜੀ ਅਗਲੀ ਨਸਲ ਹੈ, ਮੇਰਾ ਦਿਲ ਕਰਦਾ ਮੈਂ ਇਲੈਕਸ਼ਨ ਜਿੱਤ ਜਾ, ਲੁਧਿਆਣਾ ਵੀ ਜਿੱਤ ਜੇ, ਪਰ ਮੈਂ ਇਹ ਵੀ ਬੈਲੈਂਸ ਬਣਾਉਣਾ ਵੀ ਸਾਰੇ ਪੈਸੇ ਅੱਜ ਨਹੀਂ ਖਰਚਣੇ। ਜਿਹੜੀ ਅਗਲੀ ਨਸਲ ਹੈ, ਜਿਹੜੇ 20 ਸਾਲਾਂ ਬਾਅਦ ਜਵਾਨ ਹੋਣੇ ਆ, ਉਹਨਾਂ ਵਾਸਤੇ ਵੀ ਕੁਝ ਨਾ ਕੁਝ ਛੱਡ ਕੇ ਜਾਵਾਂਗੇ। ਸੋ ਮੈਂ ਹਾਜ਼ਰੀ, ਮੈਂ ਅੱਜ ਤੁਹਾਡੇ ਕੋਲ ਆਇਆ ਸੀ ਔਰ ਮੈਂ ਜਿੱਥੇ ਮੈਂ ਤਲਬਗਾਰ ਹੈ ਬਾਬਾ ਵਿਸ਼ਵਕਰਮਾ ਜੀ ਦੇ ਆਸ਼ੀਰਵਾਦ ਦਾ, ਮੈਂ ਅੱਜ ਤੁਹਾਡੇ ਸਾਰੇ ਜਿੰਨੇ ਵੀ ਤੁਸੀਂ ਹਾਜ਼ਰ ਹੋਏ ਹੋ ਔਰ ਖਾਸ ਕਰਕੇ ਰਾਵੜ ਸਾਹਿਬ ਦਾ ਤਾਂ ਆਪਦਾ ਹਲਕਾ ਹੈ, ਆਸ਼ੂ ਜੀ ਮੈਂ ਤੁਹਾਡਾ ਇਸ ਗੱਲ ਦਾ ਧੰਨਵਾਦ ਕਰਦਾ ਕਿ ਤੁਸੀਂ 10 ਲੱਖ ਰੁਪਇਆ, ਗੁਰਕੀਰਤ ਜੀ ਵੀ ਬੋਲ ਗਏ ਹੈ, ਪਰ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਦੋਨੇ ਜਣੇ ਨਾ ਦਿਓ ਜੀ। ਔਰ ਮੈਂ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਇਆ ਇਸ ਤਰਫ ਸਾਰਾ ਔਰ ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ ਤਾਂ ਅਗਲੇ ਸਾਲ ਜਦੋਂ ਇਸੇ ਦਿਨ ਆਵਾਂਗੇ, ਉਦੋਂ ਇਹ ਮੰਦਿਰ ਜਿਹੜਾ ਆਪਣਾ ਮੁਕੰਮਲ ਹੋਏਗਾ ਔਰ ਇਹਦੇ 'ਚ AC ਵਗੈਰਾ ਸਾਰੇ ਲੱਗੇ ਹੋਣੇ ਹੈ ਔਰ ਬੜੀ ਧੂਮਧਾਮ ਨਾਲ ਇਹ ਬਣਾਵਾਂਗੇ ਕਿ ਪਰਮਾਤਮਾ ਗੁਨਾਹਗਾਰਾਂ ਦੀ ਵੀ ਅਰਦਾਸ ਮੰਨ ਲੈਂਦਾ ਔਰ ਜੇ ਰੱਬ ਮੇਰੀ ਅਰਦਾਸ ਮੰਨਦਾ ਤਾਂ ਮੈਂ ਅਰਦਾਸ ਕਰਕੇ ਜਾਊਂਗਾ ਕਿ ਲੁਧਿਆਣੇ ਸ਼ਹਿਰ ਦੇ ਵਿੱਚ ਜਿੰਨੇ ਵੀ ਖਾਨਦਾਨ ਆਬਾਦ ਹੈ, ਰੱਬ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ। ਰੱਬ ਤੁਹਾਡੀਆਂ ਔਲਾਦਾਂ ਨੂੰ ਖੁਸ਼ ਰੱਖੇ। ਰੱਬ ਤੁਹਾਡੇ ਭਰਾਵਾਂ ਨੂੰ ਖੁਸ਼ ਰੱਖੇ। ਰੱਬ ਤੁਹਾਡੀਆਂ ਭੈਣਾਂ ਨੂੰ ਖੁਸ਼ ਰੱਖੇ। ਰੱਬ ਤੁਹਾਡੇ ਮਾਂ-ਪਿਓ ਨੂੰ ਖੁਸ਼ ਰੱਖੇ। ਰੱਬ ਹਿੰਦੁਸਤਾਨ ਦੀ ਹਿਫਾਜ਼ਤ ਕਰੇ ਤੇ ਰੱਬ ਤੁਹਾਨੂੰ ਤੇ ਮੈਨੂੰ ਇਸ ਧਰਤੀ ਮਾਂ ਦੀ ਸੇਵਾ ਕਰਨ ਦੀ ਬੁੱਧੀ ਦੇਵੇ। ਬਹੁਤ ਬਹੁਤ ਧੰਨਵਾਦ। ਸਰਦਾਰ ਮਨਪ੍ਰੀਤ ਸਿੰਘ ਬਾਦਲ ਜਿੰਦਾਬਾਦ, ਮਨਪ੍ਰੀਤ ਸਿੰਘ ਬਾਦਲ ਜਿੰਦਾਬਾਦ। ਕਿ ਜਿਸ ਜਜ਼ਬੇ ਨਾਲ ਮੈਂ ਇਹ ਨਾਰਾ ਲਾ ਰਿਹਾ, ਤੁਸੀਂ ਵੀ ਉਸੇ ਜਜ਼ਬੇ ਨਾਲ ਇਹ ਨਾਰਾ ਮੇਰੇ ਬਾਅਦ ਲਾਓਗੇ। ਜੈ ਬਾਬਾ ਵਿਸ਼ਵਕਰਮਾ ਜੀ, ਜੈ ਬਾਬਾ ਵਿਸ਼ਵਕਰਮਾ ਜੀ, ਜੈ। ਕਿੰਨੀ ਰਾਹਤ ਹੋਏਗੀ ਕਿਉਂਕਿ ਮੈਂ ਵਫਾਦਾਰੀ ਦਾ ਹੱਲ ਬਣਾਇਆ ਹੋਇਆ। ਮੈਂ ਆਪ ਨੂੰ ਲੁਧਿਆਣੇ ਦੀ ਪ੍ਰੈਸ ਨੂੰ ਨਹੀਂ ਦੇ ਸਕਦਾ, ਪਰ ਪਰਸੋਂ ਕੈਬਨਿਟ ਦੀ ਮੀਟਿੰਗ ਹੈ। ਪਰਸੋਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹਦਾ ਜ਼ਿਕਰ ਹੋਏਗਾ ਔਰ ਕੈਬਨਿਟ ਇਹਦਾ ਕੋਈ ਨਾ ਕੋਈ ਫੈਸਲਾ ਲਏਗੀ। ਬਟ ਸਾਡੀ ਨੀਅਤ ਪੈਟਰੋਲ ਪੰਪ ਵਾਲੇ ਜਾ ਰਹੇ ਹੜਤਾਲ ਤੇ ਜਾ ਰਹੇ ਨੇ ਜੀ। 7 ਤਰੀਕ ਤੋਂ ਇੱਕ ਸ਼ਿਫਟ ਕਰ ਦਿੱਤੀ ਜਾਊਗੀ ਜੀ, ਕਿਸੇ ਲੋਕਾਂ ਨੂੰ ਵੀ ਦਿੱਕਤ ਆ। ਮੈਂ ਫੇਰ ਕਹਿ ਰਿਹਾ ਕਿ ਸਾਡੀ ਨੀਅਤ ਹੈ ਕਿ ਇਹ ਪੈਟਰੋਲ ਤੇ ਡੀਜ਼ਲ ਦੇ ਰੇਟ ਘਟਣੇ ਚਾਹੀਦੇ ਆ। ਹਾਲਾਂਕਿ ਇੱਕ ਗੱਲ ਗੌਰਤਲਬ ਹੈ, ਹਾਲਾਂਕਿ ਤੁਹਾਨੂੰ ਇਸ ਗੱਲ ਦੀ ਦਿਲਚਸਪੀ ਨਾ ਹੋਵੇ ਕਿ ਜ਼ਿਆਦਾ ਟੈਕਸ ਜਿਹੜਾ ਉਹ ਕੇਂਦਰ ਸਰਕਾਰ ਲੈਂਦੀ ਹੈ ਪੈਟਰੋਲ ਤੇ ਡੀਜ਼ਲ ਤੇ, ਘੱਟ ਟੈਕਸ ਜਿਹੜਾ ਸਟੇਟ ਸਰਕਾਰ। ਗੌਰਮੈਂਟ ਆਫ ਇੰਡੀਆ ਦੇ ਥੱਲੇ ਕਿੰਨੇ ਲੋਕ ਵਸਦੇ ਆ? ਇੱਕ ਵੀ ਬੰਦਾ ਨਹੀਂ ਵਸਦਾ। ਪੰਜਾਬ ਸਰਕਾਰ ਦੇ ਥੱਲੇ ਕਿੰਨੇ ਵਸਦੇ ਆ ਜਾਂ ਸਟੇਟਾਂ ਦੇ ਥੱਲੇ ਕਿੰਨੇ ਵਸਦੇ ਆ? ਸਾਰੇ ਜਿੰਨੇ ਲੋਕ ਭਲਾਈ ਦੇ ਕੰਮ ਹੈ ਇਹ ਸਟੇਟ
ਸਟੇਟਾਂ ਨੂੰ ਕਰਨੇ ਸੁਨੀਤਾ ਪੈਂਦੇ ਸ਼ਰਮਾ ਤੇ ਜਿੱਥੇ ਵੀ ਹੋਵੇ ਸਟੇਟਾਂ ਦੇ ਮੇਰੇ ਜਿਹੜੇ ਕੋਲ ਅਸੀਂ ਐਜੂਕੇਸ਼ਨ ਵੀ ਦੇਣੀ ਹੈ, ਅਸੀਂ ਹੈਲਥ ਵੀ ਦੇਣੀ ਹੈ, ਅਸੀਂ ਬੁਢਾਪਾ ਪੈਨਸ਼ਨ ਵੀ ਦੇਣੀ ਹੈ, ਅਸੀਂ ਪੁਲਿਸ ਦਾ ਬੰਦੋਬਸਤ ਕਰਨਾ ਹੈ, ਅਸੀਂ ਉਹ ਕੇਂਦਰ ਸਰਕਾਰ ਔਰ ਮੈਂ ਇਸ ਗੱਲ ਤੇ ਮੈਂ ਖੁਸ਼ ਹੁੰਦਾ ਜੇ ਕੇਂਦਰ ਸਰਕਾਰ ਇਹ ਪੈਟਰੋਲ ਤੇ ਡੀਜ਼ਲ ਤੇ ਹੋਰ ਘਟਾ ਦਿੰਦੀ, ਪਰ ਪਰਸੋਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਇਹਦਾ ਕੋਈ ਨਾ ਕੋਈ ਫੈਸਲਾ